ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰਾਂ ਨੇ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਸਮਝਾਉਂਦੇ ਵੀ ਸਾਡਾ ਸਾਰਿਆਂ ਦਾ ਮਾਤਾ ਪਿਤਾ ਨਿਰੰਕਾਰ ਸੱਚ ਵਾਹਿਗੁਰੂ, ਜਿਹਦੇ ਅਸੀਂ ਸਾਰੇ ਜੀਵ ਹਾਂ, ਜਿਹਦੇ ਅਸੀਂ ਸਾਰੇ ਬੱਚੇ ਹਾਂ, ਜਿਹੜਾ ਸਾਨੂੰ ਸਾਰਿਆਂ ਨੂੰ ਪ੍ਰਾਣ ਦੇ ਕੇ ਜਿਉਂਦਾ ਰੱਖ ਰਿਹਾ, ਸਵਾਸ ਦੇ ਕੇ ਜਿਉਂਦਾ ਰੱਖ ਰਿਹਾ, ਸਾਡੀ ਪਾਲਣਾ ਪੋਸ਼ਣਾ ਕਰ ਰਿਹਾ, ਜਿਹੜਾ ਬਾਹਰ ਵੀ ਚਾਰ ਛਿਪੇਰੇ ਮੌਜੂਦ ਆ ਅਤੇ ਸਭ ਦੇ ਅੰਦਰ ਵੀ ਸਮਾਇਆ ਹੋਏ। ਫਿਰ ਮਨ ਨੂੰ ਸਮਝਾਉਂਦੇ ਵੀ ਤੂੰ ਉਹਨੂੰ ਮਾਲਕ ਨੂੰ ਭੁੱਲ ਨਾ, ਤੂੰ ਉਹਨੂੰ ਵਿਸਾਰ ਨਾ, ਉਹਨੂੰ ਚੇਤੇ ਰੱਖ। ਮਾਰੇ ਫਰਮਾਉਂਦੇ ਸੋ ਕਿਉ ਵਿਸਰੇ, ਬਈ ਉਹ ਜਿਹੜਾ ਮਾਲਕ ਉਹ ਸਾਨੂੰ ਕਿਉਂ ਵਿਸਰੇ, ਕਾਹਤੋਂ ਵਿਸਰੇ, ਜਾ ਕੇ ਜੀ ਪਰਾਨਾ, ਵੀ ਜਿਹੜਾ ਸਾਨੂੰ ਪੈਦਾ ਕਰਨ ਵਾਲਾ, ਸਾਨੂੰ ਪ੍ਰਾਣ ਦੇਣ ਵਾਲਾ, ਸਵਾਸ ਦੇਣ ਵਾਲਾ, ਸੋ ਕਿਉ ਵਿਸਰੇ ਸਭ ਮਾਹੀ ਸਮਾਨਾ, ਵੀ ਜਿਹੜਾ ਸਭਨਾਂ ਦੇ ਵਿੱਚ ਸਮਾਇਆ ਹੋਇਆ ਉਹ ਕਿਉਂ ਸਾਨੂੰ ਵਿਸਰੇ, ਕਿਉਂ ਸਾਨੂੰ ਭੁੱਲੇ। ਹੁਣ ਜਦੋਂ ਅਸੀਂ ਉਹਨੂੰ ਭੁੱਲ ਜਾਂਦੇ, ਜਿਹੜਾ ਸਾਨੂੰ ਪੈਦਾ ਕਰਨ ਵਾਲਾ, ਸਾਡਾ ਸਿਰਜਣਹਾਰ, ਫਿਰ ਉਹਨੂੰ ਭੁੱਲਣਾ ਹੀ ਸਾਡੇ ਮਨ ਵਾਸਤੇ ਦੁੱਖਾਂ ਦਾ ਕਾਰਨ ਬਣਦਾ। ਜਦੋਂ ਮਨ ਮਾਲਕ ਨੂੰ ਭੁੱਲ ਜਾਂਦਾ, ਫਿਰ ਰੋਗੀ ਹੋ ਜਾਂਦਾ।
ਮਾਰੇ ਦਾਈਆਂ ਫਰਮਾਉਂਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਜਦੋਂ ਮਾਲਕ ਨੂੰ ਭੁੱਲ ਗਿਆ, ਪਰਮੇਸ਼ਰ ਨੂੰ ਭੁੱਲ ਗਿਆ ਤੇ ਰੋਗੀ ਹੋ ਗਈ। ਹੁਣ ਇਸ ਵਾਸਤੇ ਫਿਰ ਮਨ ਨੂੰ ਕਹਿੰਦੇ ਵੀ ਤੂੰ ਮਾਲਕ ਨੂੰ ਭੁੱਲ ਨਾ, ਤੂੰ ਪਰਮਾਤਮਾ ਨੂੰ ਵਿਸਾਰਨਾ ਜਿਹਨੇ ਤੈਨੂੰ ਪੈਦਾ ਕੀਤਾ, ਜਿਹੜਾ ਤੈਨੂੰ ਪ੍ਰਾਣ ਦੇ ਰਿਹਾ, ਜਿਹੜਾ ਸਭਨਾਂ ਦੇ ਵਿੱਚ ਸਮਾਇਆ ਹੋਇਆ, ਵੀ ਉਹਨੂੰ ਕਿਉਂ ਵਿਸਾਰੀਏ। ਹੁਣ ਮਾਲਕ ਕਿਹੋ ਜਿਹਾ, ਉਹਦਾ ਆਪਣਾ ਸਰੂਪ ਕੀ ਹੈ, ਉਹਦੀ ਫਿਰ ਸਾਨੂੰ ਗੁਰਬਾਣੀ ਗੁਰੂ ਵਿੱਚ ਜਾਣ ਪਹਿਚਾਣ ਕਰਾਈ ਵੀ ਜਿਹੜਾ ਸਾਡਾ ਸਿਰਜਣਹਾਰ ਹੈ ਮਾਲਕ, ਅਸੀਂ ਉਹਨੂੰ ਭੁੱਲ ਚੁੱਕੇ। ਹੁਣ ਭੁੱਲੇ ਹੋਣ ਕਰਕੇ ਅਸੀਂ ਇੰਨਾ ਭੁੱਲ ਗਏ ਹਾਂ ਵੀ ਸਾਨੂੰ ਨਹੀਂ ਪਤਾ ਵੀ ਉਹਦਾ ਚੇਨ ਚੱਕਰ ਕਿਹੋ ਜਿਹਾ, ਵੀ ਮਾਲਕ ਕਿਹੋ ਜਿਹਾ ਜਿਹਨੇ ਸਾਨੂੰ ਪੈਦਾ ਕੀਤਾ। ਜਦੋਂ ਅਸੀਂ ਦੁਖੀ ਹੁੰਦੇ ਹਾਂ, ਸ਼ਾਂਤ ਹੁੰਦੇ ਹਾਂ, ਸਾਡਾ ਮਨ ਰੋਗੀ ਹੋ ਜਾਂਦਾ, ਫਿਰ ਵੀ ਉਹ ਮਾਲਕ ਇੰਨਾ ਦਿਆਲੂ ਕਿਰਪਾਲੂ ਹੈ, ਜਦੋਂ ਅਸੀਂ ਦੁਖੀ ਹੁੰਦੇ ਉਹ ਸਾਡੇ ਸਾਹਮਣੇ ਆ ਜਾਂਦਾ ਵੀ ਮੇਰੇ ਬੱਚੇ ਦੁਖੀ ਹੋ ਰਹੇ, ਮੈਨੂੰ ਪਹਿਚਾਣ ਲੈਣ, ਮੇਰੇ ਸਨਮੁਖ ਹੋ ਜਾਣ। ਹੁਣ ਜਦੋਂ ਸਾਡੇ ਸਾਹਮਣੇ ਆਉਂਦਾ, ਸਾਨੂੰ ਉਹ ਦਰਸ਼ਨਾਂ ਦੀ ਪ੍ਰਤੀਤ ਨਹੀਂ ਆਉਂਦੀ, ਸਾਨੂੰ ਭਰੋਸਾ ਨਹੀਂ ਆਉਂਦਾ ਵੀ ਇਹ ਸਾਡਾ ਸਿਰਜਣਹਾਰ, ਵੀ ਇਹਨੇ ਸਾਨੂੰ ਪੈਦਾ ਕੀਤਾ, ਇਹ ਸਾਡਾ ਮਾਤਾ ਪਿਤਾ। ਜਦੋਂ ਸਾਨੂੰ ਪ੍ਰਤੀਤ ਨਹੀਂ ਆਉਂਦੀ, ਫਿਰ ਮਾਰੇ ਗੁਰਬਾਣੀ 'ਚ ਫਰਮਾਉਂਦੇ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਜੇਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਕਹਿੰਦੇ ਵੀ ਹੁਣ ਇਹਨਾਂ ਨੂੰ ਦਰਸ਼ਨ ਵੀ ਦੇ ਦਿੱਤੇ, ਇਹਨਾਂ ਦੇ ਮੈਂ ਸਾਹਮਣੇ ਵੀ ਆ ਗਿਆ, ਪਰ ਇਹਨਾਂ ਨੂੰ ਫਿਰ ਨਹੀਂ ਪ੍ਰਤੀਤ ਆਉਂਦੀ। ਹੁਣ ਕਹਿੰਦੇ ਪ੍ਰਤੀਤ ਉਹਨਾਂ ਸਮਾਂ ਨਹੀਂ ਆਏਗੀ ਜਿੰਨਾ ਸਮਾਂ ਹੁਣ ਇਹ ਸ਼ਬਦ ਦੀ ਵਿਚਾਰ ਨਹੀਂ ਕਰਨਗੇ, ਜਿੰਨਾ ਸਮਾਂ ਇਹ ਸਤ ਸੰਗਤ ਨਹੀਂ ਕਰਨਗੇ। ਹੁਣ ਜਦੋਂ ਅਸੀਂ ਸਤ ਸੰਗਤ 'ਚ ਆਉਂਦੇ ਹਾਂ, ਫਿਰ ਸ਼ਬਦਾਂ ਦੇ ਵਿੱਚ ਗੁਰਬਾਣੀ ਗੁਰੂ ਵਿੱਚ ਸਾਨੂੰ ਸਾਰਾ ਭੇਦ ਦਿੱਤਾ ਗਿਆ, ਪਰਮਾਤਮਾ ਦਾ ਨਿਰੰਕਾਰ। ਮਾਰੇ ਕਹਿੰਦੇ ਸ਼ਬਦਾਂ 'ਚ ਸਮਝਾਇਆ ਤਾਂ ਸਾਰਾ ਗਿਆ, ਭੇਦ ਤਾਂ ਸਾਰਾ ਦਿੱਤਾ ਗਿਆ, ਪਰ ਇਹਨੂੰ ਬੁੱਝੇਗਾ, ਇਹਨੂੰ ਜਾਣੇਗਾ ਵੀ ਵਿਰਲਾ ਹੀ। ਫਰਮਾਉਂਦੇ ਨੇ ਸ਼ਬਦਾਂ ਮਾਹੀ ਵਖਾਣੀਏ, ਵਿਰਲਾ ਤਾਂ ਬੁੱਝੇ ਕੋਈ। ਵੀ ਸ਼ਬਦਾਂ ਦੇ ਵਿੱਚ ਵਿਖਿਆਨ ਤਾਂ ਸਾਰਾ ਕੀਤਾ ਗਿਆ, ਦੱਸਿਆ ਤਾਂ ਸਾਰਾ ਗਿਆ ਵੀ ਪਰਮਾਤਮਾ ਕਿਹੋ ਜਿਹਾ, ਕਿੱਥੇ ਵੱਸਦਾ ਤੇ ਕਿਵੇਂ ਅਸੀਂ ਉਹਨੂੰ ਮਿਲ ਸਕਦੇ, ਪਰ ਇਹਨੂੰ ਬੁੱਝਦਾ ਕੋਈ ਵਿਰਲਾ। ਵਿਰਲਾ ਕਿਉਂ ਬੁੱਝਦਾ? ਕਿਉਂਕਿ ਜੀਵ ਇੱਧਰ ਜ਼ਿਆਦਾ ਕਰਮ ਦੇ ਨਾਲ ਜੁੜੇ ਹੋਣ ਕਰਕੇ, ਸੰਸਾਰ ਦੇ ਨਾਲ, ਮਾਇਆ ਦੇ ਨਾਲ ਜੁੜੇ ਹੋਣ ਕਰਕੇ, ਜਦੋਂ ਜੀਵ ਗੁਰਬਾਣੀ ਵੀ ਪੜ੍ਹਦਾ ਹੈ, ਉਹ ਇੱਕ ਕਰਮ ਬਣਾ ਲੈਂਦਾ, ਵਿੱਚ ਸਵਾਰਥ ਰੱਖਦਾ ਸੰਸਾਰ ਦਾ, ਵੀ ਮੇਰਾ ਆਹ ਕੰਮ ਸਬਰ ਜੀ ਤੇ ਮੈਂ ਆਹ ਪਾਠ ਕਰਾਂਗਾ। ਹੁਣ ਜਦੋਂ ਅਸੀਂ ਸਵਾਰਥ ਕਰਕੇ ਇਸ ਤਰ੍ਹਾਂ ਗੁਰਬਾਣੀ ਨੂੰ ਪੜ੍ਹਾਂਗੇ ਤੇ ਸਾਨੂੰ ਸ਼ਬਦਾਂ 'ਚ ਜਿਹੜਾ ਵਿਖਿਆਨ ਕੀਤਾ ਗਿਆ ਸਾਨੂੰ ਸਮਝ ਨਹੀਂ ਲੱਗੇਗੀ, ਸਾਨੂੰ ਇਹਦਾ ਭੇਤ ਨਹੀਂ ਆਏਗਾ, ਸਾਨੂੰ ਸੋਝੀ ਨਹੀਂ ਆਏਗੀ, ਕਿਉਂਕਿ ਅਸੀਂ ਪੜ੍ਹਦੇ ਹਾਂ ਗੁਰਬਾਣੀ ਨੂੰ ਤ੍ਰੈ ਗੁਣਾਂ ਦੇ ਵਿੱਚ। ਮਹਾਰਾਜ ਕਹਿੰਦੇ ਜਿਹੜਾ ਤ੍ਰੈ ਗੁਣਾਂ 'ਚ ਪੜ੍ਹੇਗਾ, ਸਵਾਰਥ ਕਰਕੇ ਪੜ੍ਹੇਗਾ, ਉਹਨੂੰ ਹਰ ਤੱਤ ਦਾ ਭੇਤ ਨਹੀਂ ਆ ਸਕਦਾ, ਉਹਨੂੰ ਸੱਚ ਦਾ, ਉਹਨੂੰ ਨਾਮ ਦਾ ਭੇਤ ਨਹੀਂ ਆ ਸਕਦਾ। ਫਰਮਾਉਂਦੇ ਨੇ ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ। ਵੀ ਪੜ੍ਹਦੇ ਤ੍ਰੈ ਗੁਣਾਂ 'ਚ, ਪਰ ਨਾ ਦਾ ਮੂਲ ਦਾ ਭੇਤ ਸੱਚ ਦਾ, ਨਾ ਸ਼ਬਦ ਦਾ ਭੇਤ, ਨਾਮ ਦਾ ਆਉਂਦਾ ਜੀਵ। ਸੋ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜਦ ਤੱਕ ਸਾਨੂੰ ਸਤ ਸੰਗਤ ਨਹੀਂ ਲੱਭਦੀ, ਜਦ ਤੱਕ ਅਸੀਂ ਸਤ ਸੰਗਤ 'ਚ ਨਹੀਂ ਆਉਂਦੇ, ਸਾਨੂੰ ਆਪਣੇ ਆਪ ਭੇਦ ਨਹੀਂ ਆ ਸਕਦਾ। ਜਿਵੇਂ ਹੁਣ ਬੱਚਾ ਜਦ ਤੱਕ ਸਕੂਲ ਨਾ ਜਾਵੇ,
ਉਹਨੂੰ ਪੜ੍ਹਾਈ ਨਹੀਂ ਆ ਸਕਦੀ, ਉਹ ਪਾਸ ਨਹੀਂ ਹੋ ਸਕਦਾ। ਹੁਣ ਜੇ ਉਹ ਸਕੂਲ ਵਿੱਚ ਜਾਵੇ ਵੀ ਉੱਥੇ ਚੰਗੇ ਟੀਚਰ ਨਾ ਹੋਣ ਤੇ ਉਹ ਤਾਂ ਵੀ ਨਹੀਂ ਪੜ੍ਹ ਸਕਦਾ। ਹੁਣ ਆਪਾਂ ਬੱਚੇ ਨੂੰ ਜਦੋਂ ਸਕੂਲ ਵਿੱਚ ਭੇਜਦੇ ਹਾਂ, ਆਪਾਂ ਪਹਿਲਾਂ ਦੇਖਦੇ ਵੀ ਉੱਥੇ ਟੀਚਰ ਕਿਹੋ ਜਿਹੇ ਨੇ, ਉੱਥੇ ਪੜ੍ਹਾਈ ਕਿਹੋ ਜਿਹੀ, ਫਿਰ ਜਿਵੇਂ ਬੱਚੇ ਨੂੰ ਉੱਥੇ ਪੜ੍ਹਨ ਭੇਜਦੇ। ਹੁਣ ਇਸੇ ਤਰ੍ਹਾਂ ਹੀ ਜਿੰਨੇ ਵੀ ਗੁਰੂ ਘਰ ਨੇ, ਇਹ ਸਾਰੀ ਸਕੂਲ, ਸਤਿਗੁਰੂ ਕਹਿੰਦੇ ਵੀ ਇਹ ਸਤ ਸੰਗਤ ਇਹ ਮੇਰਾ ਸਕੂਲ ਹੈ। ਹੁਣ ਜੇ ਅਸੀਂ ਸਕੂਲ ਦੇ ਵਿੱਚ ਆਈਏ ਤੇ ਜਿਹੜੇ ਸੰਤ ਸਾਧੂ ਗੁਰਸਿੱਖ ਟੀਚਰ ਹੁੰਦੇ, ਹੁਣ ਜੇ ਸਕੂਲ ਦੇ ਵਿੱਚ ਟੀਚਰ ਹੀ ਨਾ ਹੋਣ ਤੇ ਸਾਨੂੰ ਪੜ੍ਹਾਈ ਨਹੀਂ ਆ ਸਕਦੀ, ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਸਾਨੂੰ ਕੀ ਕਹਿੰਦੇ ਨੇ, ਫਿਰ ਅਸੀਂ ਪਾਸ ਨਹੀਂ ਹੋ ਸਕਦੇ, ਸਾਨੂੰ ਸਮਝ ਨਹੀਂ ਆਏਗੀ, ਸੋਝੀ ਨਹੀਂ ਆਏਗੀ ਸਾਨੂੰ, ਫਿਰ ਅਸੀਂ ਸੱਚ ਤੇ ਨਾਮ ਦੀ ਪਹਿਚਾਣ ਨਹੀਂ ਕਰ ਸਕਦੇ, ਅਸੀਂ ਆਪਦੇ ਜੀਵਨ ਦਾ ਲਾਹਾ ਨਹੀਂ ਖੱਟ ਸਕਦੇ। ਮਹਾਰਾਜ ਇਸ ਲਈ ਫਿਰ ਸਮਝਾਉਂਦੇ ਵੀ ਇਹ ਸਤ ਸੰਗਤ ਮੇਰਾ ਸਕੂਲ ਹੈ, ਜਿੱਥੇ ਆ ਕੇ ਇੱਕ ਸਿੱਖ ਨੇ ਸਿੱਖਿਆ ਲੈਣੀ ਹੈ, ਸੋਝੀ ਲੈਣੀ ਹੈ, ਸਿੱਖਣਾ ਵੀ ਸਾਡਾ ਮਾਤਾ ਪਿਤਾ ਕਿਹੋ ਜਿਹਾ, ਨਾਮ ਜਿਹੜਾ ਹੁਕਮ ਹੈ ਉਹ ਕੀ ਹੈ ਤੇ ਕਿਵੇਂ ਅਸੀਂ ਉਹ ਹੁਕਮ ਦੇ ਵਿੱਚ ਆ ਸਕਦੇ। ਮਹਾਰਾਜ ਤਾਈਓ ਫਰਮਾਉਂਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖ, ਵੀ ਇਹ ਸਤ ਸੰਗਤ ਮੇਰਾ ਸਕੂਲ ਹੈ ਤੇ ਜਿੱਥੇ ਆ ਕੇ ਅਸੀਂ ਸਿੱਖਣਾ, ਜਿੱਥੇ ਆ ਕੇ ਅਸੀਂ ਇਹ ਭੇਦ ਲੈਣਾ ਵੀ ਜੋ ਸ਼ਬਦਾਂ 'ਚ ਸਾਨੂੰ ਸਮਝਾਇਆ ਗਿਆ, ਪਰਮਾਤਮਾ ਸੱਚ ਦਾ ਭੇਦ ਦਿੱਤਾ ਗਿਆ, ਨਾਮ ਦਾ ਭੇਦ ਦਿੱਤਾ ਗਿਆ, ਸਾਡੇ ਦੇਸ਼ ਦਾ ਭੇਦ ਦਿੱਤਾ ਗਿਆ, ਫਿਰ ਉਹ ਅਸੀਂ ਆ ਕੇ ਸਿੱਖਿਆ ਲੈਣੀ, ਉਹ ਅਸੀਂ ਆ ਕੇ ਸੋਝੀ ਲੈਣੀ ਤੇ ਪਰਮਾਤਮਾ ਦੇ ਗੁਣਾਂ ਤੋਂ ਜਾਣੂ ਹੋਣਾ ਵੀ ਜੋ ਸਾਡਾ ਮਾਤਾ ਪਿਤਾ ਉਹਦੇ ਗੁਣ ਕਿਹੜੇ ਨੇ ਤੇ ਉਹ ਗੁਣ ਫਿਰ ਸਾਡੇ ਵਿੱਚ ਕਿਵੇਂ ਪ੍ਰਵੇਸ਼ ਹੋਣ, ਵੀ ਜਿਹੜਾ ਸਾਡਾ ਸੁਭਾਅ ਹੈ ਉਹ ਵੀ ਸਾਡੇ ਮਾਤਾ ਪਿਤਾ ਵਰਗਾ ਬਣ ਜੀ, ਜਿਹੜੇ ਗੁਣ ਪਰਮਾਤਮਾ 'ਚ ਨੇ ਉਹੀਓ ਗੁਣ ਸਾਡੇ ਹਿਰਦੇ ਵਿੱਚ ਆ ਜਾਣ। ਫਿਰ ਉਹਦੇ ਵਾਸਤੇ ਆਪਾਂ ਨੂੰ ਸਤ ਸੰਗਤ 'ਚ ਸਿੱਖਿਆ ਦਿੱਤੀ ਜਾਂਦੀ ਵੀ ਜੋ ਸਾਡਾ ਮਾਤਾ ਪਿਤਾ ਹੈ ਉਹਦੇ ਗੁਣ ਨੇ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਇੰਨਾ ਵੱਡਾ ਫਿਰ ਵੀ ਉਹਦੇ ਅੰਦਰ ਹਉਮੈ ਨਹੀਂ, ਸੋ ਇਹ ਉਹਦੇ ਗੁਣ ਨੇ ਮਾਲਕ ਤੇ ਵੀ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ, ਇਸ ਕਰਕੇ ਉਹਨੂੰ ਨਿਰਵੈਰ ਕਹਿੰਦੇ ਵੀ ਕਿਸੇ ਨਾਲ ਉਹਦਾ ਵੈਰ ਨਹੀਂ, ਨਿਰਭਉ ਕਹਿੰਦੇ ਉਹਨੂੰ ਕਿਸੇ ਦਾ ਭੈ ਨਹੀਂ, ਇਹ ਇੰਨਾ ਵੱਡਾ ਉਹਦੇ ਅੰਦਰ ਫਿਰ ਵੀ ਹਉਮੈ ਨਹੀਂ, ਤੇ ਕਿੰਨਾ ਕੁ ਵੱਡਾ ਉਹ ਕਹਿੰਦੇ ਬੇਅੰਤ ਹੈ। ਮਹਾਰਾਜ ਕਹਿੰਦੇ ਤੂੰ ਬੇਅੰਤ, ਵੀ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਉਹ ਮਿੱਠ ਬੋਲੜਾ, ਉਹ ਕੌੜਾ ਨਹੀਂ ਬੋਲਦਾ, ਕੌੜਾ ਉਹਨੂੰ ਬੋਲਣਾ ਆਉਂਦਾ ਹੀ ਨਹੀਂ, ਤੇ ਕਿਸੇ ਦੇ ਔਗਣ ਕਿਸੇ ਦੇ ਉਹ ਦੇਖਦਾ ਨਹੀਂ, ਕਿਸੇ ਦੇ ਔਗਣ ਉਹ ਚਿਤਾਰਦਾ ਨਹੀਂ, ਇਹ ਮਾਲਕ ਦੇ ਗੁਣ ਨੇ। ਮਾਰੇ ਫਰਮਾਉਂਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੇ। ਅਸੀਂ ਕਿੰਨੇ ਵੀ ਔਗਣ ਕਰੀਏ ਪਰ ਉਹ ਚਿਤਾਰਦਾ ਨਹੀਂ ਸਾਡੇ ਔਗਣ। ਜਿਵੇਂ ਜਨਨੀ ਹੁੰਦੀ ਮਾਂ, ਉਹਦਾ ਬੱਚਾ ਕਿੰਨੇ ਵੀ ਔਗਣ ਕਰਦਾ ਤੇ ਫਿਰ ਵੀ ਉਹ ਚਿਤਾਰਦੀ ਨਹੀਂ, ਉਹ ਫਿਰ ਵੀ ਭੁਲਾ ਦਿੰਦੀ ਵੀ ਚਲੋ ਕੋਈ ਨਹੀਂ, ਹੈ ਤਾਂ ਮੇਰਾ ਪੁੱਤ ਹੀ ਹੈ। ਮਹਾਰਾਜ ਕਹਿੰਦੇ ਸਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰੱਖ ਸਤੇਤੇ, ਵੀ ਸਤ ਪੁੱਤ ਕਿੰਨੇ ਵੀ ਅਪਰਾਧ ਕਰੇ, ਕਿੰਨੇ ਵੀ ਉਹਦੇ ਵਿੱਚ ਔਗਣ ਹੋਣ, ਪਰ ਜਿਹੜੀ ਮਾਂ ਉਹ ਉਹਦੇ ਔਗਣ ਨਹੀਂ ਦੇਖਦੀ, ਉਹਨੂੰ ਗੁਣ ਹੀ ਦੇਖਦੀ। ਉਹ ਕਹਿੰਦੀ ਵੀ ਮੇਰੇ ਜਿੱਦਾਂ ਦਾ ਮੇਰਾ ਪੁੱਤ ਉੱਦਾਂ ਦਾ ਤਾਂ ਘਰ ਘਰ ਹੋ ਅੱਗੇ, ਉਹ ਉਹਦੇ ਔਗਣ ਨਹੀਂ ਦੇਖਦੀ, ਸਿਰਫ ਉਹਦੇ ਗੁਣ ਹੀ ਦੇਖਦੀ।
ਤੇ ਔਗਣਾਂ ਨੂੰ ਉਹ ਚਿਤਾਰਦੀ ਨਹੀਂ, ਔਗਣ ਉਹ ਚੇਤੇ ਵੀ ਨਹੀਂ ਰੱਖਦੀ, ਭੁਲਾ ਦਿੰਦੀ। ਹੁਣ ਇਸੇ ਤਰ੍ਹਾਂ ਹੀ ਅਸੀਂ ਸਾਰੇ ਬੱਚੇ ਹਾਂ ਅਕਾਲ ਪੁਰਖ ਦੇ, ਪਰਮੇਸ਼ਰ ਦੇ, ਵਾਹਿਗੁਰੂ ਦੇ, ਅਤੇ ਉਹ ਸਾਡੇ ਔਗਣ ਨਹੀਂ ਦੇਖਦਾ, ਉਹ ਸਾਡੇ ਔਗਣ ਨਹੀਂ ਚਿਤਾਰਦਾ। ਜਦੋਂ ਅਸੀਂ ਉਹਦੀ ਸ਼ਰਨ 'ਚ ਆ ਜਾਂਦੇ ਹਾਂ ਫਿਰ ਉਹ ਸਾਨੂੰ ਆਪਣੇ ਗਲ ਨਾਲ ਲਾ ਲੈਂਦਾ। ਸੋ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜਦੋਂ ਅਸੀਂ ਸਤਸੰਗ 'ਚ ਆਉਂਦੇ ਹਾਂ, ਜਿੱਥੇ ਸੱਚ ਅਤੇ ਨਾਮ ਦੀ ਮਹਿਮਾ ਹੁੰਦੀ, ਜਿੱਥੇ ਮਾਲਕ ਦੇ ਗੁਣ ਗਾਏ ਜਾਂਦੇ, ਐਸੀ ਸਤਸੰਗ ਦੇ ਵਿੱਚ ਮਾਲਕ ਆਪ ਹਾਜ਼ਰ ਹੁੰਦਾ। ਫਿਰ ਉਹ ਸਾਡੇ ਔਗਣ ਜਿਹੜੇ ਉਹ ਔਗਣ ਚਿਤਾਰਦਾ ਨਹੀਂ, ਪਿਛਲੇ ਸਾਰੇ ਔਗਣ ਬਖਸ਼ ਕੇ ਸਾਨੂੰ ਉਹ ਮੁਕਤ ਕਰ ਦਿੰਦਾ, ਸਾਨੂੰ ਭਵ ਸਾਗਰ ਤੋਂ ਪਾਰ ਲੰਘਾ ਦਿੰਦਾ। ਇਹ ਸਾਧ ਸੰਗਤ ਦੀ ਵਡਿਆਈ। ਮਾਰੇ ਫਰਮਾਉਂਦੇ ਮੁਕਤ ਭਏ ਕਰ ਸਾਧ ਸੰਗਤ, ਤਿਨ ਕੇ ਔਗਣ ਸਭ ਪਰ ਹਰਿਆ, ਤਿਨ ਕੋ ਦੇਖ ਭਏ ਹੈ ਕਿਰਪਾਲਾ, ਤਿਨ ਭਵ ਸਾਗਰ ਤਰਿਆ। ਇਹ ਇੰਨਾ ਦਿਆਲੂ, ਇੰਨਾ ਕਿਰਪਾਲੂ ਹੈ। ਜਦੋਂ ਅਸੀਂ ਸਤਸੰਗ 'ਚ ਆ ਜਾਂਦੇ ਸਾਨੂੰ ਮੁਕਤ ਕਰ ਦਿੰਦਾ, ਸਾਨੂੰ ਭਵ ਸਾਗਰ ਤੋਂ ਪਾਰ ਲੰਘਾ ਦਿੰਦਾ, ਸਾਡੇ ਔਗਣ ਨਹੀਂ ਚਿਤਾਰਦੇ। ਹੁਣ ਆਪਾਂ ਨੂੰ ਕਹਿੰਦੇ ਵੀ ਇਹ ਗੁਣ ਨੇ ਸਾਡੇ ਮਾਤਾ ਪਿਤਾ ਦੇ, ਤੇ ਕਹਿੰਦੇ ਵੀ ਹੁਣ ਤੁਸੀਂ ਆਪਦੇ ਅੰਦਰ ਝਾਤੀ ਮਾਰੋ, ਵੀ ਆਪਣੇ ਆਪੇ ਦੀ ਪੜਚੋਲ ਕਰੋ, ਆਪਦੇ ਅੰਦਰ ਦੇਖੋ ਵੀ ਕੀ ਸਾਡੇ ਵਿੱਚ ਉਹ ਗੁਣ ਹੈਗੇ ਜਿਹੜੇ ਗੁਣ ਸਾਡੇ ਮਾਤਾ ਪਿਤਾ 'ਚ। ਬਈ ਕੀ ਅਸੀਂ ਮਿੱਠ ਬੋਲਣੇ, ਅਸੀਂ ਮਿੱਠਾ ਹੀ ਬੋਲਦੇ, ਅਸੀਂ ਕੌੜਾ ਤਾਂ ਨਹੀਂ ਬੋਲਦੇ, ਫਿੱਕੇ ਤਾਂ ਨਹੀਂ ਬੋਲਦੇ, ਅਸੀਂ ਕਿਸੇ ਦੇ ਔਗਣ ਤਾਂ ਨਹੀਂ ਚਿਤਾਰਦੇ, ਅਸੀਂ ਕਿਸੇ ਦੇ ਔਗਣ ਦੇਖ ਕੇ ਔਗਣ ਫਰੋਲਦੇ ਤਾਂ ਨਹੀਂ, ਸਾਡੇ ਅੰਦਰ ਦੁਬਦਾ ਤਾਂ ਨਹੀਂ। ਆਪਾਂ ਨੂੰ ਕਹਿੰਦੇ ਵੀ ਕੀ ਤੁਹਾਡੇ ਵਿੱਚ ਇਹ ਗੁਣ ਹੈ ਵੀ ਤੁਸੀਂ ਨਿਰਵੈਰ ਹੋ, ਵੀ ਤੁਸੀਂ ਕਿਸੇ ਨਾਲ ਵੈਰ ਤਾਂ ਨਹੀਂ ਰੱਖਦੇ। ਹੁਣ ਜਦੋਂ ਆਪਾਂ ਆਪਦੇ ਅੰਦਰ ਝਾਤੀ ਮਾਰਦੇ ਹਾਂ ਅਤੇ ਫਿਰ ਸਾਨੂੰ ਪਤਾ ਲੱਗਦਾ ਵੀ ਸਾਡੇ 'ਚ ਤਾਂ ਗੁਣ ਹੀ ਨਹੀਂ। ਜਿਹੜੇ ਗੁਣ ਸਾਡੇ ਮਾਤਾ ਪਿਤਾ 'ਚ ਨੇ, ਪਰਮਾਤਮਾ ਦੇ ਵਿੱਚ ਨੇ, ਸਾਡੇ ਅੰਦਰ ਉਹ ਗੁਣ ਨਹੀਂ। ਬਈ ਮਾਲਕ ਮਿੱਠ ਬੋਲਦਾ ਅਤੇ ਅਸੀਂ ਫਿੱਕਾ ਬੋਲਦੇ, ਉਹ ਕਿਸੇ ਦੇ ਔਗਣ ਨਹੀਂ ਦੇਖਦਾ, ਅਤੇ ਅਸੀਂ ਜਦੋਂ ਇਕੱਠੇ ਹੁੰਦੇ ਅਸੀਂ ਔਗਣ ਚਿਤਾਰਦੇ ਹਾਂ, ਅਸੀਂ ਔਗਣ ਦੇਖਦੇ। ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਅਤੇ ਸਾਡੇ ਅੰਦਰ ਵੈਰ ਵੀ ਹੈਗਾ, ਅਸੀਂ ਤਾਂ ਭੁੱਲਦੇ ਹੀ ਨਹੀਂ। ਜੇ ਸਾਨੂੰ ਕੋਈ ਗੱਲ ਮਾੜੀ ਮੋਟੀ ਕਹਿ ਦੇਵੇ, ਅਸੀਂ ਪਤਾ ਨਹੀਂ ਕਿੰਨਾ ਲੰਮਾ ਸਮਾਂ ਉਹਨੂੰ ਚੇਤੇ ਰੱਖਦੇ ਹਾਂ ਵੀ ਇਹਨੇ ਸਾਨੂੰ ਆਏਂ ਆਖੇ, ਅਸੀਂ ਤੈਨੂੰ ਬੁਲਾਉਣਾ ਹੀ ਨਹੀਂ। ਮਾਰੇ ਕਹਿੰਦੇ ਵੀ ਇਹ ਸਾਡੇ ਅੰਦਰ ਦੁਬਦਾ, ਸਾਡੇ ਅੰਦਰ ਵੈਰ ਵਿਰੋਧ। ਫਿਰ ਜਦੋਂ ਆਪਾਂ ਦੇਖਦੇ ਅਤੇ ਆਪਾਂ ਫਿਰ ਬੇਨਤੀ ਕਰਦੇ ਵੀ ਸਾਡੇ 'ਚ ਤਾਂ ਗੁਣ ਹੀ ਹੈ ਨਹੀਂ ਜਿਹੜੇ ਗੁਣ ਮਾਲਕ 'ਚ। ਫਿਰ ਆਪਾਂ ਪੁੱਛਦੇ ਵੀ ਕੀ ਸਾਡੇ ਵਿੱਚ ਉਹ ਗੁਣ ਆ ਸਕਦੇ, ਜਾਂ ਸਾਡੇ ਵਿੱਚ ਉਹ ਕਦੇ ਗੁਣ ਸੀਗੇ, ਜਾਂ ਅਸੀਂ ਇੱਦਾਂ ਦੇ ਹੀ ਹਾਂ ਵੈਰ ਵਿਰੋਧ ਦੇ ਨਾਲ ਭਰੇ ਹੋਏ। ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਸਾਨੂੰ ਇਸ ਲੋਕ 'ਚ ਭੇਜਿਆ ਜਾਂਦਾ ਹੈ, ਆਪਣਾ ਜਨਮ ਹੁੰਦਾ ਬੱਚੇ ਦਾ, ਬੱਚੇ ਦੇ ਵਿੱਚ ਉਹ ਸਾਰੇ ਗੁਣ ਪਰਮਾਤਮਾ ਵਾਲੇ ਉਹ ਮੌਜੂਦ ਹੁੰਦੇ। ਜਿਉਂ-ਜਿਉਂ ਵੱਡਾ ਹੁੰਦਾ ਅਸੀਂ ਉਹਨੂੰ ਸਿਮਰਨ ਨਾ ਤਾਂ ਆਪ ਕਰਦੇ ਨਾ ਕਰਾਉਂਦੇ, ਨਾ ਜੇ ਅਸੀਂ ਆਪ ਸਤ ਸੰਗਤ ਕਰਦੇ ਹਾਂ ਨਾ ਅਸੀਂ ਉਹਨੂੰ ਕਰਾਉਂਦੇ। ਫਿਰ ਉਹਦੇ ਵਿੱਚ ਜਿਹੜੇ ਮਾਲਕ ਦੇ ਗੁਣ ਉਹ ਨਿਕਲਦੇ ਜਾਂਦੇ ਅੰਦਰ, ਉਹਦੇ ਅੰਦਰ ਫਿਰ ਇਹ ਵੈਰ ਵਿਰੋਧ ਦੁਬਦਾ ਜਿਹੜੀ ਉਹ ਵਸਦੀ ਜਾਂਦੀ ਹੈ, ਅਤੇ ਗੁਣ ਜਿਹੜੇ ਉਹ ਅੰਦਰੋਂ ਬਾਹਰ ਚਲੇ ਜਾਂਦੇ। ਮਾਰੇ ਫਰਮਾਉਂਦੇ ਹਰ ਵਿਸਰਤ ਤੇਰੇ ਗੁਣ ਗਲੇ ਆ। ਵੀ ਜਦੋਂ ਸਾਨੂੰ ਪਰਮਾਤਮਾ ਹੀ ਵਿਸਰ ਗਿਆ, ਉਹ ਸਾਨੂੰ ਭੁੱਲ ਹੀ ਗਿਆ, ਉਹਦੇ ਗੁਣ ਸੀ ਜਿਹੜੇ ਗੁਣ ਵੀ ਸਾਡੇ ਵਿੱਚੋਂ ਗਲ ਗਏ, ਉਹ ਗੁਣ ਵੀ ਸਾਡੇ ਅੰਦਰ ਨਹੀਂ ਠਹਿਰਦੇ, ਨਹੀਂ ਰੁਕਦੇ। ਹੁਣ ਉਹ ਗੁਣ ਸਾਡੇ ਵਿੱਚ ਕਿਵੇਂ ਆਉਣ, ਪਰਮਾਤਮਾ ਵਾਲੇ ਕਿਵੇਂ ਸਾਡੇ ਹਿਰਦੇ ਵਿੱਚ ਰੁਕਣ, ਕਿਵੇਂ ਸਾਡੇ ਅੰਦਰ ਠਹਿਰਨ,
ਫਿਰ ਆਪਾਂ ਨੂੰ ਸਤਿਗੁਰੂ ਦੱਸਦੇ ਵੀ ਉਹਦੇ ਵਿੱਚ ਮਾਲਕ ਦੇ ਗੁਣ ਰੁਕਦੇ, ਉਹਦੇ ਅੰਦਰ ਪ੍ਰਵੇਸ਼ ਹੁੰਦੇ, ਜਿਹਦੇ ਅੰਦਰ ਮਾਲਕ ਦਾ ਭੈ, ਜਿਹਦੇ ਅੰਦਰ ਪ੍ਰੇਮ ਵੀ ਹੈ ਅਤੇ ਭੈ ਵੀ ਹੈ, ਉਹਦੇ ਅੰਦਰ ਮਾਲਕ ਦੇ ਗੁਣ ਠਹਿਰਨੇ, ਨਹੀਂ ਤਾਂ ਉਹਦੇ ਗੁਣ ਰੁਕਦੇ ਨਹੀਂ ਸਾਡੇ ਅੰਦਰ। ਮਾਰੇ ਫਰਮਾਉਂਦੇ ਹਰ ਗੁਣ ਹਿਰਦੇ ਤਿਸਕੇ ਟਿਕੇ, ਜਿਸ ਅੰਤਰ ਭਉ ਭਾਵਨੀ ਹੋਈ। ਬਈ ਜਿਹਦੇ ਅੰਦਰ ਭੈ ਹੈ ਪਰਮਾਤਮਾ ਦਾ, ਉਹਦੇ ਵਿੱਚ ਹੀ ਗੁਣ ਰੁਕਣਗੇ। ਹੁਣ ਜੇ ਸਾਡੇ ਅੰਦਰ ਮਾਲਕ ਦਾ ਭੈ ਹੋਵੇ, ਬਈ ਪਰਮਾਤਮਾ ਸਾਨੂੰ ਦੇਖ ਰਹੀ ਹੈ, ਫਿਰ ਅਸੀਂ ਫਿੱਕੇ ਬੋਲ ਨਹੀਂ ਬੋਲਾਂਗੇ, ਫਿਰ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਾਂਗੇ, ਫਿਰ ਅਸੀਂ ਕਿਸੇ ਦੇ ਔਗਣ ਨਹੀਂ ਫਰੋਲਾਂਗੇ, ਕਿਉਂਕਿ ਮਾਲਕ ਦਾ ਭੈ ਹੈ ਵੀ ਮਾਲਕ ਸਾਨੂੰ ਦੇਖ ਵੀ ਰਿਹਾ ਅਤੇ ਸਾਨੂੰ ਸੁਣ ਵੀ ਰਿਹਾ। ਜੇ ਹੁਣ ਮਾਲਕ ਦਾ ਇਹ ਸਾਡੇ ਅੰਦਰ ਭੈ ਹੋਏਗਾ ਤਾਂ ਫਿਰ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਜਾਵਾਂਗੇ। ਫਿਰ ਅਸੀਂ ਕਿਸੇ ਨੂੰ ਮਾੜਾ ਕਹਿਣ ਲੱਗੇ, ਫਿਰ ਅਸੀਂ ਵਿਚਾਰਾਂਗੇ ਵੀ ਮਾਲਕ ਸੁਣ ਰਿਹਾ, ਜੇ ਅਸੀਂ ਕਿਸੇ ਨੂੰ ਮਾੜਾ ਬੋਲਾਂਗੇ ਅਤੇ ਮਾਲਕ ਸਾਨੂੰ ਦੇਖ ਵੀ ਰਿਹਾ ਅਤੇ ਉਹ ਸਾਨੂੰ ਸੁਣ ਵੀ ਰਿਹਾ। ਸਾਡੇ ਅੰਦਰ ਫਿਰ ਉਹ ਮਾਲਕ ਦਾ ਗੁਣ ਨਹੀਂ ਰਹੇਗਾ ਅਤੇ ਸਾਡਾ ਮਨ ਰੁਕ ਜਾਏਗਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਗਿਆਨ ਦਾ ਵੱਧਾ ਹੋਇਆ ਮਨ ਫਿਰ ਰੁਕ ਜਾਂਦਾ, ਪਰ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਨਹੀਂ ਹੁੰਦਾ, ਸਾਨੂੰ ਇਹ ਸੋਝੀ ਨਹੀਂ ਆਉਂਦੀ। ਮਾਰੇ ਫਰਮਾਉਂਦੇ ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਈ। ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਹੁਣ ਗੁਰੂ ਤੋਂ ਬਿਨਾਂ ਸਾਨੂੰ ਇਹ ਕੌਣ ਗਿਆਨ ਦੇਵੇ, ਕੌਣ ਸਾਨੂੰ ਸਮਝਾਵੇ ਵੀ ਪਰਮਾਤਮਾ ਸਾਨੂੰ ਦੇਖ ਵੀ ਰਿਹਾ ਅਤੇ ਸਾਨੂੰ ਸੁਣ ਵੀ ਰਿਹਾ। ਉਹ ਗੱਲ ਵੱਖਰੀ ਵੀ ਅਸੀਂ ਭੁੱਲ ਜਾਂਦੇ ਹਾਂ ਜਦੋਂ ਤਾਂ ਅਸੀਂ ਕਿਸੇ ਨੂੰ ਮਾੜਾ ਕਹਿੰਦੇ ਹਾਂ ਜਾਂ ਅਸੀਂ ਕਿਸੇ ਦੀ ਬੁਰਾਈ ਕਰਦੇ ਹਾਂ, ਉਦੋਂ ਅਸੀਂ ਭੁੱਲ ਜਾਂਦੇ ਵੀ ਪਰਮਾਤਮਾ ਸਾਨੂੰ ਦੇਖ ਰਿਹਾ, ਸਾਨੂੰ ਸੁਣ ਵੀ ਰਿਹਾ। ਅਤੇ ਜਦੋਂ ਜੀਵਨ ਨੂੰ ਕੋਈ ਜ਼ਰੂਰਤ ਹੁੰਦੀ, ਕੋਈ ਕੰਮ ਪੈਂਦਾ, ਉਦੋਂ ਫਿਰ ਉਹ ਬੇਨਤੀਆਂ ਕਰਦਾ, ਉਦੋਂ ਅਰਦਾਸਾਂ ਕਰਦਾ, ਉਦੋਂ ਕਹਿੰਦਾ ਵੀ ਮੇਰੀ ਰੱਬ ਸੁਣਦਾ ਕਿਉਂ ਨਹੀਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਉਹ ਤਾਂ ਸਦਾ ਹੀ ਸੁਣਦਾ ਸਾਡੀ। ਇਹ ਥੋੜ੍ਹੀ ਵੀ ਜਦੋਂ ਸਾਨੂੰ ਲੋੜ ਹੈ, ਜਦੋਂ ਅਸੀਂ ਅਰਦਾਸ ਕਰਾਂਗੇ ਉਦੋਂ ਹੀ ਸੁਣਦਾ। ਉਹਦਾ ਚਾਹੇ ਅਸੀਂ ਮੁੱਖ ਦੇ ਵਿੱਚ ਉਹ ਚੰਗਾ ਬੋਲਦੇ ਹਾਂ, ਚਾਹੇ ਅਸੀਂ ਮੰਦਾ ਬੋਲਦੇ ਹਾਂ, ਸਭ ਤੋਂ ਪਹਿਲਾਂ ਸਾਡੀ ਜਿਹੜੀ ਆਵਾਜ਼ ਉਹ ਪਰਮਾਤਮਾ ਹੀ ਸੁਣਦਾ। ਇੱਕ ਵਾਰ ਸਾਡੇ ਮੁੱਖ ਦੇ ਵਿੱਚੋਂ ਨਿਕਲੇ ਹੋਏ ਬੋਲ ਪਹਿਲਾਂ ਪਰਮਾਤਮਾ ਨੇ ਸੁਣਨੇ, ਫਿਰ ਅਸੀਂ ਬਾਅਦ 'ਚੋਂ ਸਾਰਿਆਂ ਨੇ ਸੁਣਨੇ। ਹੁਣ ਮਨ ਨੂੰ ਇਸ ਵਾਸਤੇ ਫਿਰ ਸਮਝਾਉਂਦੇ ਵੀ ਮਨਾਂ ਤੋਂ ਇਹ ਨਾ ਸਮਝ ਵੀ ਪਰਮਾਤਮਾ ਵੀ ਮੇਰੇ ਤੋਂ ਕਿਤੇ ਦੂਰ ਹੈ, ਵੀ ਉਹ ਸਦਾ ਹੀ ਸਾਨੂੰ ਦੇਖ ਰਿਹਾ। ਪਰਮਾਤਮਾ ਜੋ ਵੀ ਅਸੀਂ ਕਰਦੇ ਹਾਂ ਸਦਾ ਹੀ ਉਹ ਸਾਡੀ ਸੁਣਦਾ ਵੀ ਹੈ, ਜੋ ਅਸੀਂ ਬੋਲਦੇ ਹਾਂ, ਅਤੇ ਸਦਾ ਹੀ ਉਹ ਆਪ ਵੀ ਬੋਲ ਰਿਹਾ, ਉਹ ਚੁੱਪ ਹੁੰਦਾ ਹੀ ਨਹੀਂ, ਉਹ ਲਗਾਤਾਰ ਬੋਲੀ ਜਾ ਰਹੀ। ਮਾਰੇ ਫਰਮਾਉਂਦੇ ਐ ਮਨ ਮਤ ਜਾਣ ਹਰ ਦੂਰ ਹੈ, ਸਦਾ ਵੇਖ ਹਦੂਰ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਬਈ ਮਨਾ ਤੈਨੂੰ ਤਾਂ ਪਰਮਾਤਮਾ ਸਦਾ ਹੀ ਦੇਖ ਰਿਹਾ ਅਤੇ ਸਦਾ ਹੀ ਸੁਣ ਰਿਹਾ। ਉਹ ਜੋ ਵੀ ਅਸੀਂ ਬੋਲਦੇ ਮੁੱਖ 'ਚੋਂ ਸਭ ਤੋਂ ਪਹਿਲਾਂ ਪਰਮਾਤਮਾ ਸੁਣਦਾ। ਜਿਵੇਂ ਹੁਣ ਆਪਾਂ ਬੋਲ ਰਹੇ ਹਾਂ, ਆਪਣੀ ਜਿਹੜੀ ਆਵਾਜ਼ ਹੈ ਖਾਲੀ ਖਲਾ ਦੇ ਵਿੱਚ ਜਾ ਰਹੀ, ਨਿਰਗੁਣ ਦੇ ਵਿੱਚ। ਪਹਿਲਾਂ ਮਾਲਕ ਸੁਣੇਗਾ, ਫਿਰ ਉਸ ਤੋਂ ਬਾਅਦ 'ਚੋਂ ਆਪਾਂ ਸੁਣਾਂਗੇ। ਪਹਿਲਾਂ ਉਹ ਸੁਣਦਾ, ਫਿਰ ਆਪਾਂ ਸੁਣਦੇ। ਹੁਣ ਇਸੇ ਤਰ੍ਹਾਂ ਹੀ ਜੋ ਵੀ ਅਸੀਂ ਮੁੱਖ ਦੇ ਵਿੱਚੋਂ ਬੋਲਦੇ ਹਾਂ, ਸਭ ਤੋਂ ਪਹਿਲਾਂ ਸਾਡੀ ਆਵਾਜ਼ ਮਾਲਕ ਸੁਣੇ ਬਈ ਇਹ ਕੀ ਬੋਲਦੇ ਨੇ। ਫਿਰ ਉਹ ਜਦੋਂ ਸੁਣਦਾ, ਫਿਰ ਉਹ ਸਾਨੂੰ ਅੱਗੇ ਸੁਣਾਉਂਦਾ ਵੀ ਹੁਣ ਤੁਸੀਂ ਵੀ ਸੁਣ ਲਓ। ਉਹਦੇ ਵਿੱਚ ਦੀ ਸੁਣਾਂਗੇ, ਪਹਿਲਾਂ ਉਹ ਸੁਣੇਗਾ, ਫਿਰ ਅਸੀਂ ਸੁਣਾਂਗੇ। ਹੁਣ ਜੇ ਸਾਡੇ ਮਨ ਨੂੰ ਇਹ ਭੇਦ ਆ ਜੇ, ਸੋਝੀ ਆ ਜੇ
ਮਾਲਕ ਦੇ ਭੈ ਵਿੱਚ ਰਵੇ ਵੀ ਪਰਮਾਤਮਾ ਸੁਣ ਰਹੇ ਵੀ ਜੋ ਵੀ ਮੈਂ ਮੁੱਖ 'ਚੋਂ ਕੱਢਿਆ ਪਹਿਲਾਂ ਵਾਹਿਗੁਰੂ ਨਹੀਂ ਸੁਣਨਾ, ਅਤੇ ਫਿਰ ਇਹ ਮੁੱਖ ਦੇ ਵਿੱਚੋਂ ਕੋਈ ਐਸਾ ਫਿੱਕਾ ਬੋਲ ਬੋਲੇਗਾ ਹੀ, ਫਿਰ ਇਹ ਮਾੜਾ ਨਹੀਂ ਬੋਲੇਗਾ ਕਿਉਂਕਿ ਇਹਨੂੰ ਪਤਾ ਵੀ ਪਰਮਾਤਮਾ ਸੁਣ ਰਿਹਾ। ਇਹ ਉਦੋਂ ਫਿੱਕੇ ਬੋਲ ਬੋਲਦਾ, ਉਦੋਂ ਵੈਰ ਵਿਰੋਧ ਦੇ ਵਚਨ ਕਰਦਾ ਜਦੋਂ ਇਹ ਭੁੱਲਿਆ ਹੁੰਦਾ ਵੀ ਮੈਨੂੰ ਕਿਹੜਾ ਕੋਈ ਦੇਖਦਾ ਜਾਂ ਮੈਨੂੰ ਕਿਹੜਾ ਕੋਈ ਸੁਣਦਾ। ਹੁਣ ਜੇ ਸਾਡੀ ਇਹ ਅਵਸਥਾ ਹੋਏਗੀ ਤਾਂ ਸਾਡੇ ਅੰਦਰ ਪਰਮਾਤਮਾ ਦੇ ਗੁਣ ਤਾਂ ਨਹੀਂ ਰੁਕ ਸਕਦੇ। ਫਿਰ ਜੇ ਅਸੀਂ ਇਹ ਭੁੱਲੀ ਬੈਠੇ ਵੀ ਸਾਨੂੰ ਕਿਹੜਾ ਸੁਣਦਾ ਕੋਈ ਜਾਂ ਸਾਨੂੰ ਕਿਹੜਾ ਦੇਖਦਾ, ਫਿਰ ਅਸੀਂ ਆਖੀਏ ਵੀ ਮਾਲਕ ਦੇ ਗੁਣ ਵੀ ਸਾਡੇ ਵਿੱਚ ਆ ਜਾਣਗੇ ਵੀ ਅਸੀਂ ਮਿੱਠ ਬੋਲੜੇ ਹੋ ਜਾਵਾਂਗੇ। ਮਹਾਰਾਜ ਕਹਿੰਦੇ ਤੁਹਾਡੇ ਅੰਦਰ ਤਾਂ ਭੈ ਕੋਈ ਨਹੀਂ ਅਤੇ ਤੁਸੀਂ ਤਾਂ ਫਿੱਕਾ ਬੋਲਦੇ ਹੋ, ਤੁਸੀਂ ਮਿੱਠ ਬੋਲੜੇ ਕਦੋਂ। ਫਿਰ ਅਸੀਂ ਆਖੀਏ ਵੀ ਸਾਡੇ ਅੰਦਰ ਉਹਦਾ ਗੁਣ ਆ ਜਾਏਗਾ ਵੀ ਅਸੀਂ ਕਿਸੇ ਦੇ ਔਗਣ ਨਹੀਂ ਦੇਖਾਂਗੇ, ਅਤੇ ਉਹ ਸਾਡੇ ਵਿੱਚ ਗੁਣ ਆ ਹੀ ਨਹੀਂ ਸਕਦਾ ਕਿਉਂਕਿ ਸਾਨੂੰ ਭੈ ਨਹੀਂ ਮਾਲਕ। ਫਿਰ ਅਸੀਂ ਆਖੀਏ ਵੀ ਅਸੀਂ ਨਿਰਵੈਰ ਹੋ ਜਾਵਾਂਗੇ, ਅਤੇ ਅਸੀਂ ਨਹੀਂ ਹੋ ਸਕਦੇ ਨਿਰਵੈਰ, ਸਾਡੇ ਵਿੱਚ ਉਹ ਗੁਣ ਟਿਕੇਗਾ ਹੀ ਨਹੀਂ, ਮਾਲਕ ਦਾ ਆਏਗਾ ਹੀ ਨਹੀਂ ਸਾਡੇ ਅੰਦਰ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਨ੍ਹਾਂ ਨੇ ਸੋਝੀ ਲਈ, ਜਿਹੜੇ ਇਸ ਮਾਰਗ ਦੇ ਉੱਤੇ ਚੱਲੇ ਭਗਤ ਜਨ, ਫਿਰ ਉਹਨਾਂ ਭਗਤਾਂ ਦੇ ਅੰਦਰ ਇਹ ਸਾਰੇ ਗੁਣ ਆ ਗਏ ਜਿਹੜੇ ਪਰਮਾਤਮਾ ਦੇ ਵਿੱਚ ਸੀ। ਫਿਰ ਉਹਨਾਂ ਭਗਤਾਂ ਦੀ ਮਹਿਮਾ, ਉਹਨਾਂ ਭਗਤਾਂ ਦੀ ਉਸਤਤ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਗੁਰੂ ਵਿੱਚ ਕਰਤੀ। ਮਹਾਰਾਜ ਕਹਿੰਦੇ ਵੀ ਭਗਤ ਨਾਮਦੇਵ ਜੀ, ਜਿਨ੍ਹਾਂ ਨੂੰ ਜੀਵ ਕਹਿੰਦੇ ਵੀ ਸ਼ੀਂਬਾ ਹੈ ਅੱਧੀ ਕੌੜੀ ਦਾ, ਜਦੋਂ ਉਹਨਾਂ ਨੇ ਭਗਤੀ ਕੀਤੀ ਨਾਮ ਦੇ ਨਾਲ ਜੁੜੇ ਤੇ ਲੱਖਾਂ ਦੇ ਹੋ ਗਏ। ਮਹਾਰਾਜ ਫਰਮਾਉਂਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰ ਹੋਇਓ ਲਖੀਣਾ। ਬਈ ਜਿਹਨੂੰ ਕਹਿੰਦੇ ਸੀ ਅੱਧੀ ਕੌੜੀ ਦਾ ਸ਼ੀਂਬਾ ਅਤੇ ਉਹਦਾ ਲੱਖਾਂ ਦਾ ਹੋ ਗਿਆ। ਕੀ ਹੋ ਗਏ, ਉਹਨਾਂ ਨੇ ਗੋਬਿੰਦ ਦੇ ਨਾਲ ਚਿੱਤ ਜੋੜ ਲਿਆ, ਮਾਲਕ ਦੇ ਨਾਲ ਚਿੱਤ ਜੋੜ ਲਿਆ, ਅਤੇ ਜਿਹੜੇ ਗੁਣ ਪਰਮਾਤਮਾ ਸੀ ਉਹੀਓ ਭਗਤ ਨਾਮਦੇਵ ਜੀ ਦੇ ਵਿੱਚ ਆ ਗਏ। ਉਹਨਾਂ ਦਾ ਹਿਰਦਾ ਇੰਨਾ ਨਿਰਮਲ, ਇੰਨਾ ਕੋਮਲ ਹੈ ਵੀ ਜਿਹੜੇ ਗੁਣ ਮਾਲਕ ਦੇ ਵਿੱਚ ਨੇ ਉਹੀਓ ਉਹਨਾਂ ਦੇ ਵਿੱਚ। ਫਿਰ ਮਹਾਰਾਜ ਦੱਸਦੇ ਭਗਤ ਕਬੀਰ ਜੀ, ਜਿਨ੍ਹਾਂ ਨੂੰ ਜੀਵ ਕਹਿੰਦੇ ਵੀ ਜਲਾਹਾ ਹੈ, ਅਤੇ ਕੰਮ ਕੀ ਕਰਦੇ ਵੀ ਤਾਣਾ ਬੁਣਦੇ। ਹੁਣ ਜਦੋਂ ਉਹਨਾਂ ਨੇ ਮਾਲਕ ਦੇ ਚਰਨਾਂ ਦੇ ਨਾਲ ਪ੍ਰੀਤ ਲਾਈ, ਨਾਮ ਦੇ ਨਾਲ ਜੁੜੇ, ਉਹਨਾਂ ਨੇ ਤਾਣਾ ਬੁਣਨਾ ਵੀ ਛੱਡ ਦਿੱਤਾ, ਅਤੇ ਉਹਨਾਂ ਦੇ ਵਿੱਚ ਉਹ ਸਾਰੇ ਗੁਣ ਆ ਗਏ ਜਿਹੜੇ ਗੁਣ ਪਰਮਾਤਮਾ ਦੇ ਵਿੱਚ ਸੀ, ਅਤੇ ਉਹ ਗੁਣਾਂ ਦੇ ਸਾਗਰ ਹੋ ਗਏ, ਗੁਣਾਂ ਦੇ ਗਹੀਰ ਬਣ ਕੇ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਫਿਰ ਬਈ ਕਿਵੇਂ ਜਿਹੜਾ ਇਹ ਕਬੀਰ ਜਲਾਹਾ ਸੀ, ਬਈ ਉਹਨੂੰ ਫਿਰ ਜਿਹੜੇ ਗੁਣ ਮਾਲਕ ਦੇ ਸੀ ਉਹਦੇ ਵਿੱਚ ਪ੍ਰਵੇਸ਼ ਹੋ ਗਏ, ਉਹਨਾਂ ਦੇ ਮਾਲਕ ਦੇ ਵਿੱਚ ਕੋਈ ਅੰਤਰ ਨਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੁਣਨਾ ਤਾਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਰੋ ਭਇਓ ਗੁਣੀ ਗਹੀਰਾ। ਵੀ ਉਹਨਾਂ ਨੇ ਵੀ ਤਾਣਾ ਬੁਣਨਾ ਛੱਡ ਕੇ ਆਪਦੀ ਜਿਹੜੀ ਪ੍ਰੀਤ ਉਹ ਮਾਲਕ ਦੇ ਚਰਨਾਂ ਦੇ ਨਾਲ ਲਾ ਲਈ, ਅਤੇ ਜਿਹੜੇ ਗੁਣ ਪਰਮਾਤਮਾ ਸੀ ਉਹੀਓ ਭਗਤ ਕਬੀਰ 'ਚ ਆ ਗਏ। ਅਤੇ ਜੀਵ ਆਖਣ ਲੱਗੇ ਵੀ ਕਬੀਰ ਅਤੇ ਇਹਨਾਂ ਮਾਲਕ ਦੇ ਵਿੱਚ ਕੋਈ ਫਰਕ ਨਹੀਂ, ਵੀ ਜਿਹੜੇ ਗੁਣ ਪਰਮਾਤਮਾ 'ਚ ਨੇ ਉਹੀਓ ਕਬੀਰ ਜੀ ਵਿੱਚ ਨੇ, ਵੀ ਇਹ ਤਾਂ ਮਾਲਕ ਦਾ ਹੀ ਰੂਪ। ਫਿਰ ਮਹਾਰਾਜ ਦੱਸਦੇ ਵੀ ਭਗਤ ਰਵਿਦਾਸ ਜੀ, ਜਿਨ੍ਹਾਂ ਨੂੰ ਕਹਿੰਦੇ ਵੀ ਚਮਾਰਨ, ਇਹ ਕੰਮ ਕੀ ਕਰਦੇ ਚਮੜੇ ਦਾ। ਜਦੋਂ ਉਹਨਾਂ ਨੇ ਸਾਧ ਸੰਗਤ ਕੀਤੀ, ਸਾਧੂਆਂ ਦਾ ਸੰਗ ਹੋਇਆ, ਸਾਧੂ ਜਨਾਂ ਨੇ ਭੇਜ ਦਿੱਤਾ ਮਾਇਆ ਦਾ, ਵੀ ਇਹ ਤ੍ਰੈ ਗੁਣ ਮਾਇਆ ਵਿਚਾਰ, ਅਤੇ ਮਾਇਆ ਤੋਂ ਮਨ ਉੱਪਰ ਠਾ ਲਿਆ, ਚੌਥੇ ਪਦ ਵਿੱਚ ਚਲੇ ਗਏ।
ਪਰਮਾਤਮਾ ਦੇ ਨਾਲ ਮਿਲਾਪ ਕੀਤਾ ਅਤੇ ਜਿਹੜੇ ਗੁਣ ਪਰਮਾਤਮਾ ਸੀ ਉਹੀਓ ਭਗਤ ਰਵਿਦਾਸ ਜੀ ਦੇ ਵਿੱਚ ਪ੍ਰਵੇਸ਼ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਬਈ ਜਿਹਨੂੰ ਕਹਿੰਦੇ ਸੀ ਨੀਵੀਂ ਜਾਤ ਦਾ ਚਮਾਰ ਹੈ, ਚਮੜੇ ਦਾ ਕੰਮ ਕਰਦੇ, ਅਤੇ ਉਹਨਾਂ ਦੇ ਮਾਲਕ ਦੇ ਵਿੱਚ ਕੋਈ ਫਰਕ ਹੀ ਨਹੀਂ ਰਿਹਾ। ਜਿਹੜੇ ਗੁਣ ਪਰਮਾਤਮਾ 'ਚ ਨੇ ਉਹੀਓ ਭਗਤ ਰਵਿਦਾਸ ਜੀ ਦੇ ਵਿੱਚ। ਫਿਰ ਮਹਾਰਾਜ ਦੱਸਦੇ ਵੀ ਸੈਣ, ਭਗਤ ਸੈਣ ਜੀ ਜਿਹੜੇ ਕਹਿੰਦੇ ਜਾਤ ਦੇ ਨਾਈ ਨੇ ਅਤੇ ਕੰਮ ਕੀ ਕਰਦੇ, ਇੱਕ ਘਰੋਂ ਸੁਨੇਹਾ ਦੂਜੇ ਘਰ ਲੈ ਕੇ ਜਾਣਾ, ਉਹਨੂੰ ਕਹਿੰਦੇ ਸੀ ਬੂਤੀਆਂ ਕੱਢਣ। ਜਦੋਂ ਉਹਨਾਂ ਨੇ ਭਗਤੀ ਕੀਤੀ, ਉਹਨਾਂ ਦੀ ਸੋਭਾ ਜਿਹੜੀ ਉਹ ਘਰ ਘਰ ਹੋਣ ਲੱਗੀ ਅਤੇ ਉਹ ਵੀ ਭਗਤਾਂ 'ਚ ਗਿਣੇ ਜਾਣ ਲੱਗੇ। ਜੀਵ ਆਖਣ ਲੱਗੇ ਵੀ ਇਹਨਾਂ ਦੇ ਵਿੱਚ ਅਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ, ਜਿਹੜੇ ਗੁਣ ਪਰਮਾਤਮਾ ਦੇ ਵਿੱਚ ਨੇ ਉਹੀਓ ਭਗਤ ਸੈਣ ਜੀ ਦੇ ਵਿੱਚ ਨੇ। ਮਹਾਰਾਜ ਕਹਿੰਦੇ ਸੈਣ ਨਾਈ ਬਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਵੀ ਉਹਨਾਂ ਦੀ ਵੀ ਗਿਣਤੀ ਭਗਤਾਂ 'ਚ ਹੋਣ ਲੱਗੀ ਅਤੇ ਉਹ ਵੀ ਜਿਹੜੇ ਗੁਣ ਮਾਲਕ ਦੇ ਵਿੱਚ ਸੀ ਉਹੀਓ ਭਗਤ ਸੈਣ ਜੀ ਵਿੱਚ ਪ੍ਰਵੇਸ਼ ਹੋ ਗਏ। ਫਿਰ ਮਹਾਰਾਜ ਦੱਸਦੇ ਭਗਤ ਧੰਨਾ ਜੀ ਜਿਹੜੇ ਰਾਜਸਥਾਨ ਦੇ ਰਹਿਣ ਵਾਲੇ ਸੀ, ਅਤੇ ਮਹਾਰਾਜ ਕਹਿੰਦੇ ਵੀ ਜਦੋਂ ਉਹਨਾਂ ਨੇ ਸਤ ਸੰਗਤ ਕੀਤੀ ਅਤੇ ਉਹਨਾਂ ਨੇ ਸੰਤਾਂ ਤੋਂ ਭੇਦ ਲਿਆ, ਸੋਝੀ ਲਈ, ਉਹਨਾਂ ਨੇ ਵੀ ਭਗਤੀ ਕੀਤੀ ਅਤੇ ਉਹ ਵੀ ਮਾਲਕ ਦੇ ਨਾਲ ਉਹਨਾਂ ਨੇ ਮਿਲਾਪ ਕਰ ਲਿਆ ਅਤੇ ਉਹ ਵੀ ਵੱਡੇ ਭਾਗਾਂ ਵਾਲੇ ਬਣ ਗਏ। ਜਿਹੜੇ ਗੁਣ ਪਰਮਾਤਮਾ ਸੀ ਉਹੀਓ ਭਗਤ ਧੰਨਾ ਜੀ ਦੇ ਵਿੱਚ ਪ੍ਰਵੇਸ਼ ਹੋ ਗਏ। ਮਹਾਰਾਜ ਕਹਿੰਦੇ ਬਿਧ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਧੰਨਾ ਬੜ ਭਾਗਾ। ਹੁਣ ਜਦੋਂ ਇਹਨਾਂ ਦਾ ਮਾਲਕ ਨਾਲ ਮਿਲਾਪ ਹੋ ਗਿਆ ਅਤੇ ਫਿਰ ਮਾਲਕ ਨੇ ਇਹਨਾਂ ਦੇ ਕਾਰਜ ਆਪ ਕੀਤੇ। ਜਦੋਂ ਭਗਤ ਆਪਣਾ ਆਪਾ ਸਮਰਪਣ ਕਰ ਦਿੰਦਾ ਮਾਲਕ ਨੂੰ, ਫਿਰ ਉਹਨਾਂ ਦੇ ਕਾਰਜ ਦੇ ਵਿੱਚ ਭਗਤਾਂ ਦੇ ਕੋਈ ਵਿਘਨ ਨਹੀਂ ਪੈਂਦਾ, ਅਤੇ ਜਿੱਥੇ ਜਿੱਥੇ ਲੋੜ ਪਈ ਮਾਲਕ ਆਪ ਉਹਨਾਂ ਦੇ ਕਾਰਜ ਸਵਾਰਨ ਵਾਸਤੇ ਆਏ। ਜਿਹਨੂੰ ਮਹਾਰਾਜ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਸੰਤਾਂ ਦੇ ਭਗਤਾਂ ਦੇ ਕਾਰਜ ਦੇ ਵਿੱਚ ਕੋਈ ਵਿਘਨ ਨਹੀਂ ਪੈਂਦਾ। ਜਿਹੜਾ ਸੰਤ ਹੈ, ਜਿਹਨੇ ਦੋ ਜਹਾਨਾਂ ਦੇ ਬਾਲੀ ਨੂੰ ਆਪਣਾ ਆਪ ਸਮਰਪਣ ਕੀਤਾ ਹੋਇਆ ਮਾਲਕ ਨੂੰ, ਅਤੇ ਜਿਹੜਾ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜਦੋਂ ਅਸੀਂ ਉਹਨੂੰ ਆਪਣਾ ਆਪ ਸਮਰਪਣ ਹੀ ਕਰ ਦਿੱਤਾ ਅਤੇ ਫਿਰ ਸਾਡੇ ਕਿਸੇ ਕਾਰਜ 'ਚ ਕੋਈ ਵਿਘਨ ਪੈ ਹੀ ਨਹੀਂ ਸਕਦਾ। ਜਦੋਂ ਜਦੋਂ ਫਿਰ ਭਗਤਾਂ ਨੂੰ ਲੋੜ ਪਈ, ਜਦੋਂ ਜਦੋਂ ਉਹਨਾਂ ਦੇ ਕਾਰਜ ਦੇ ਵਿੱਚ ਫਿਰ ਮਾਲਕ ਆਪ ਸਹਾਈ ਹੋਇਆ, ਆਪ ਆਏ। ਉਹ ਵੀ ਫਿਰ ਆਪਾਂ ਨੂੰ ਭਗਤਾਂ ਨੇ ਆਪਦੇ ਜੀਵਨ ਬਾਰੇ ਦੱਸਿਆ ਗੁਰਬਾਣੀ ਗੁਰੂ ਵਿੱਚ। ਜਿਵੇਂ ਭਗਤ ਸੈਣ ਜੀ, ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਆਪਣਾ ਘਰ ਬਣਾ ਲਓ, ਛੰਨ ਬਣਾ ਲਓ ਆਪਦੀ। ਹੁਣ ਉਹਨਾਂ ਨੇ ਮਾਂ ਪਿਓ ਦਾ ਕਹਿਣਾ ਮੰਨ ਕੇ ਸਤ ਵਚਨ ਕਰਕੇ ਜਦੋਂ ਗਏ, ਜਾ ਕੇ ਜਦੋਂ ਕਾਹ ਵੱਢਣ ਲੱਗੇ ਅਤੇ ਉਹਨਾਂ ਨੇ ਦਾਤੀ ਜਦੋਂ ਮਾਰੀ ਅਤੇ ਉਹ ਕਾਹ ਦੇ ਵਿੱਚੋਂ ਪਾਣੀ ਸਿਮਣ ਲੱਗ ਗਈ। ਅਤੇ ਉਹਨਾਂ ਨੇ ਦੇਖਿਆ ਮਨ ਇੰਨਾ ਨਿਰਮਲ ਸੀ, ਉਹ ਵੈਰਾਗੀ ਹੋ ਗਈ। ਅਤੇ ਉਹਨਾਂ ਨੇ ਉੱਥੇ ਹੀ ਦਾਤੀ ਰੱਸਾ ਸੁੱਟਿਆ ਅਤੇ ਉਹ ਸਮਾਧੀ 'ਚ ਚਲੇ, ਆਪਣਾ ਘਰ ਬੈਠ ਗਏ, ਸਹਿਜ ਦੇ ਵਿੱਚ ਚਲਾ ਗਿਆ ਮਨ, ਥਿਰ ਘਰ 'ਚ ਬੈਠ ਕੇ। ਹੁਣ ਜਦੋਂ ਅਸੀਂ ਥਿਰ ਘਰ ਬੈਠ ਜਾਂਦੇ ਅਤੇ ਸਤਿਗੁਰੂ ਨੂੰ ਫਿਕਰ ਪੈ ਜਾਂਦੀ। ਉਹ ਇਹੀਓ ਸਾਨੂੰ ਕਹਿੰਦੇ ਨਾ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਉਦੋਂ ਥਿਰ ਘਰ ਬੈਠ ਗਏ, ਉਹ ਸਮਾਧੀ 'ਚ ਚਲੇ ਗਏ ਅਤੇ ਮਾਲਕ ਨੇ ਉਹਨਾਂ ਦਾ ਰੂਪ ਧਾਰਨ ਕਰਕੇ ਫਿਰ ਗਏ ਆਪ ਅਤੇ ਉਹਨਾਂ ਦੀ ਛੰਨ ਬਣਾਈ। ਜਦੋਂ ਉਹਨਾਂ ਦੀ ਛੰਨ ਤਿਆਰ ਹੋ ਗਈ,
फिर आए तो आके उन्होंने उठाया भी तुहाडा घर बन गया, छन बन गई, तो हुण घरे जाओ। जदों घर गए तो जाके देखिया तो उन्हों की जिहड़ी पड़ोसन सी गमांढण, फिर वो भगत नामदेव नूं पुछदी भी ये किहड़ा मिस्त्री सी भी जिन्हें तेरी ये छन बनाई, बहुत सोहनी बनाई। भी जे तू वो मिस्त्री वो बेडी दी मैनूं दस पावें भी तेरे नालों मैं दुगनी दिहाड़ी दूँ उन्हूं, जिन्नी तू दिहाड़ी दित्ती ना तेरे नालों डबल दूँ, दुगनी दूँ। भी उन्होंने कहे भी मेरी भी इदां दी छन तैयार करके दवे भी जिद्दां दी तेरी बनाई। फिर वो भगत नामदेव जी उन्होंने दसदे भी वो जिहड़ा वेडी ना वो दिहाड़ी आ नहीं मंगदा, वो आप पैसों की दिहाड़ी नहीं मंगदा, ये दे के नहीं असीं उन्होंने बुला सकते। भी वो जिहड़ा मिस्त्री वो वेडी वो सवासां की मंजूरी मंगदा, उन्होंने अपना आप समर्पण करना पैंदा उहदे अखी, तो फिर वो वेडी आउंदा, फिर वो छन बनाउंदा। मारे फरमाउंदे पाड़ पड़ोसन पूछ ले नामा, कापे शान शबाई हो, तोबे दुगनी मंजूरी देहूँ, मोको बेडी देहो बताई हो। भी मैनू वो बेडी दस। फिर वो भगत नामदेव जी कहते री बाई बेडी देन ना जाई, देख बेडी रिओ समाई, हमरे बेडी प्राण आधारा, जे को छान छबावे को, लोग कटंब सबू ते तोड़े, तो अपन बेडी आवे को। भगत नामदेव जी कहते भी जदों असीं इधर संसार दे नालों, लोक दे नालों, कटंब दे नालों सब तो साडा मन उपर उठ जांदा, एक परमात्मा दे चरनां दे नाल जुड़ जांदा, ओहदी ओट ओहदा आसरा तकदा, फिर वो बेडी आउंदा। फिर वो बेडी आके फिर वो छन बनाउंदा, फिर वो ऐसी छन तैयार करदा। सो इस वास्ते जिथे फिर भगतां नूं लोड़ पई मालक आया। और इस तरह ही भगत सैन जी उन्हों की भी मदद ते आए, वो भी राजे की करते सी मालिश करने वास्ते, उहदे घर नौकरी करते सी, जाया करते सी। एक दिन संत जन आए तो मालक दा ज्यों उस्तत वडियाई करन लगे तो उन्होंने भुल ही गए। सारी रात मालक की महिमा उस्तत वडियाई करदी निकल गई, तो दो समय जाया करते सी, रात नूं ते सवेर नूं। जदों सुबह हुई तो उन्होंने आख्या भी राजा तो बहुत गुस्से होए, क्योंकि रात गए नहीं ड्यूटी करने वास्ते। जदों सवेर हुई उहदे दरबार विच गए तो राजा इन्ना खुश, वो कहता भी जिहड़ी रात मेरे तो मालिश की है भी मेरा तो सारा जिहड़ा रोग सी उहदा रोग ही खत्म हो गया। फिर उस समय वो समझ गए भी असी तो आए नहीं, भी मालक आप आया, उन्हों का रूप धारण करके मालक चला गया उत्थे आपदे भगत की रखिया करने वास्ते, उसकी ड्यूटी थी भी ये हुण मेरे घर का काम करदा तो मैं इहदा करके आऊँ। फिर वो जदों समझ के भी ये तो मालक आया, तो फिर उन्होंने आख्या भी जे तू हुण कीते सारा जिन्ना भी साडा जीवन तेरी लिखी है सर। सो इस तरह फिर मालक सारे युगां दे विच समय समय मुताबक वो मालक की रखिया तो उन्हों के कारज सवारदा रहे। महाराज ताइयों सानू फरमाउंदे हर जुग जुग भगत पाया, पैज रखदा आया राम राज, हर नाकश दुष्ट हर मारिया, प्रहलाद तराया। सो इस वास्ते फिर आपां सच्चे पातशाह समझाउंदे भी जे असीं उहनूं अपना आप समर्पण करांगे, सारा जिहड़ा खेल वो है भरोसे का, अपना आप समर्पण करन। हुण जे असीं मालक नूं अपना आप समर्पण कर दईए, जे असीं उहदा भै रखीए, जे असीं उहदा सिमरन करिए तो फिर साडे विच उहिओ गुण जिहड़े मालक वाले वो आ सकदे। सो ताइयों हुण साडे मन नूं समझाउंदे भी जिहड़ा मालक साडे इन्ना नेड़े है, जिहड़ा साडी पालना पोसना कर रहा भी उहनूं तूं विसार ना, उहनूं चेते रख।
ਮਹਾਰਾਜ ਤਾਂ ਸਾਨੂੰ ਸਮਝਾਉਂਦੇ, ਸੋ ਕਿਉਂ ਮਨੋਂ ਵਿਸਾਰੀਏ ਜਾ ਕੇ ਜੀ ਪ੍ਰਾਨਾ, ਵੀ ਉਹਨੂੰ ਕਿਉਂ ਵਿਸਾਰੀਏ ਵੀ ਜਿਹੜਾ ਸਾਨੂੰ ਪ੍ਰਾਣ ਦੇ ਰਹੇ, ਵੀ ਉਹਨੂੰ ਕਿਉਂ ਵਿਸਾਰੀਏ ਜਿਹੜਾ ਸਭਨਾਂ ਦੇ ਵਿੱਚ ਸਮਾਇਆ ਹੋਏ, ਸਭ ਦੇ ਅੰਦਰ ਵੀ ਉਹਦੀ ਜੋਤ ਹੈ ਅਤੇ ਬਾਹਰ ਵੀ ਚਾਰ ਚੁਫੇਰੇ ਹੋਈ ਉਹ ਮੌਜੂਦ ਸੀ। ਮਹਾਰਾਜ ਇਸ ਲਈ ਫਰਮਾਉਂਦੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਵੀ ਸਾਰੇ ਮਾਲਕ ਹੀ ਮਾਲਕ ਹੈ, ਸਿਰਫ ਸਾਡੀ ਦੇਖਣ ਵਾਲੀ ਦ੍ਰਿਸ਼ਟੀ ਚਾਹੀਦੀ। ਹੁਣ ਉਹ ਸਾਡੀ ਦ੍ਰਿਸ਼ਟੀ ਕਿਵੇਂ ਬਣੇ, ਉਹਦੇ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਡੇ ਇਹਨਾਂ ਨੇਤਰਾਂ ਦੇ ਵਿੱਚ ਫਿਰ ਗਿਆਨ ਦਾ ਅੰਜਨ ਸੁਰਮਾ ਪਾਇਆ ਜਾਂਦਾ। ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ, ਉਹ ਸਾਡੇ ਇਹਨਾਂ ਨੇਤਰਾਂ 'ਚ ਗਿਆਨ ਦਾ ਸੁਰਮਾ ਅੰਜਨ ਪਾਉਂਦੇ, ਅਤੇ ਫਿਰ ਇਹਦੇ ਨਾਲ ਸਾਡੇ ਅੰਦਰੋਂ ਗਿਆਨਤਾ ਦਾ ਹਨੇਰਾ ਜਿਹੜਾ ਉਹ ਦੂਰ ਹੁੰਦਾ, ਫਿਰ ਸਾਨੂੰ ਮਾਲਕ ਦਿਸਣਾ ਸ਼ੁਰੂ ਹੁੰਦਾ। ਮਹਾਰਾਜ ਫਰਮਾਉਂਦੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਵੀ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਸਾਡੇ ਇਹਨਾਂ ਨੇਤਰਾਂ 'ਚ ਗਿਆਨ ਦਾ ਅੰਜਨ ਪਾਇਆ ਜਾਂਦਾ, ਸੁਰਮਾ। ਹੌੜੇ ਗਿਆਨ ਦਾ ਅੰਜਨ ਸੁਰਮਾ ਪਾਉਣ ਤੋਂ ਪਹਿਲਾਂ ਸਾਨੂੰ ਕਹਿੰਦੇ ਵੀ ਸਿਮਰਨ ਕਰ। ਜਿਉਂ-ਜਿਉਂ ਅਸੀਂ ਨਾਲ ਨਾਲ ਹੀ ਸਿਮਰਨ ਕਰਾਂਗੇ, ਸਾਡਾ ਮਨ ਸੁਣਨ ਦੀ ਅਵਸਥਾ 'ਚ ਆਏਗਾ, ਅਤੇ ਫਿਰ ਨਾਲ ਨਾਲ ਸਾਨੂੰ ਇਹ ਗਿਆਨ ਦਿੱਤਾ ਜਾਂਦਾ। ਜਿਉਂ-ਜਿਉਂ ਅਸੀਂ ਅਭਿਆਸ ਕਰਾਂਗੇ, ਫਿਰ ਸਾਡੇ ਗਿਆਨ ਦਾ ਅੰਜਨ ਸੁਰਮਾ ਨੇਤਰਾਂ 'ਚ ਪਏਗਾ, ਅਤੇ ਫਿਰ ਸਾਡੇ ਅੰਦਰੋਂ ਇਹ ਹਨੇਰਾ ਦੂਰ ਹੋਣਾ। ਔਰ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਸਿਮਰਨ ਕਰੋ, ਅਭਿਆਸ ਕਰੋ। ਅਭਿਆਸ ਕਰਕੇ ਪਹਿਲਾਂ ਇਹ ਮਨ ਨੂੰ ਸੁਣਨ ਦੀ ਅਵਸਥਾ 'ਚ ਲੈ ਕੇ, ਜਦੋਂ ਹੁਣ ਆਪਾਂ ਇਹ ਸਿਮਰਨ ਕਰਾਂਗੇ, ਆਪਣਾ ਮਨ ਫਿਰ ਇਹ ਸੁਣਨ ਦੀ ਅਵਸਥਾ 'ਚ ਆਉਂਦਾ। ਜੇ ਹੁਣ ਜੀਵ ਸਿਮਰਨ ਨਹੀਂ ਕਰਦਾ, ਉਹ ਸੁਣਨ ਦੀ ਅਵਸਥਾ 'ਚ ਹੀ। ਹੁਣ ਜਿਹੜਾ ਸੁਣਦਾ ਹੀ ਨਹੀਂ, ਉਹਨੂੰ ਜੋ ਮਰਜ਼ੀ ਸੁਣਾਈ ਚੱਲ, ਉਹਨੂੰ ਸਮਝ ਹੀ ਨਹੀਂ ਲੱਗਣੀ ਵੀ ਮੈਨੂੰ ਕੀ ਸੁਣਾਉਂਦੇ ਨੇ, ਕੀ ਕਹਿੰਦੇ ਨੇ, ਕਿਉਂਕਿ ਉਹਦੀ ਸੁਣਨ ਦੀ ਅਵਸਥਾ ਹੀ ਨਹੀਂ ਹੈ, ਉਹਦਾ ਮਨ ਹੀ ਨਹੀਂ ਤਿਆਰ ਸੁਣਨ ਵਾਸਤੇ। ਉਹ ਤਾਂ ਵਿਚਾਰਾਂ 'ਚ ਭੱਜਾ ਫਿਰਦਾ, ਉਹਦਾ ਫੁਰਨਿਆਂ 'ਚ ਭੱਜਿਆ ਫਿਰਦਾ, ਅਤੇ ਇਸ ਵਾਸਤੇ ਫਿਰ ਉਹਨੂੰ ਸਮਝ ਨਹੀਂ ਲੱਗਦੀ। ਹੁਣ ਜਿਵੇਂ ਆਪਾਂ ਇਹ ਵਿਚਾਰ ਕਰਦੇ ਗੁਰਬਾਣੀ ਗੁਰੂ ਜੀ, ਹੁਣ ਆਪਾਂ ਕਿਹੜਾ ਕੋਈ ਹੋਰ ਭਾਸ਼ਾ ਬੋਲਦੇ ਹਾਂ, ਪੰਜਾਬੀ ਬੋਲਦੇ ਹਾਂ, ਅਤੇ ਸੌਖੀ ਭਾਸ਼ਾ, ਸਿੱਧੀ ਸਰਲ ਭਾਸ਼ਾ। ਹੁਣ ਕਈ ਜੀਵ ਕਹਿੰਦੇ ਵੀ ਸਮਝ ਨਹੀਂ ਲੱਗਦੀ। ਸਮਝ ਕਿਉਂ ਨਹੀਂ ਲੱਗਦੀ? ਵੀ ਆਪਾਂ ਕਿਹੜਾ ਕੋਈ ਹੋਰ ਭਾਸ਼ਾ ਬੋਲਦੇ ਆ ਵੀ ਜਿਹੜੀ ਔਖੀ ਭਾਸ਼ਾ ਵੀ ਸਾਨੂੰ ਸਮਝ ਨਹੀਂ ਲੱਗਦੀ। ਸਮਝ ਤਾਂ ਨਹੀਂ ਲੱਗਦੀ ਕਿਉਂਕਿ ਅਸੀਂ ਸੁਣਨਾ ਨਹੀਂ ਚਾਹੁੰਦੇ, ਸਾਡਾ ਮਨ ਸੁਣਨ ਦੀ ਅਵਸਥਾ 'ਚ ਨਹੀਂ। ਜਦੋਂ ਅਸੀਂ ਧਿਆਨ ਦੇ ਨਾਲ ਸੁਣਾਂਗੇ ਤਾਂ ਸਮਝ ਕਿਵੇਂ ਨਹੀਂ ਲੱਗੂ? ਫਿਰ ਤਾਂ ਸਮਝ ਲੱਗੂਗੀ ਲੱਗੂਗੀ। ਸੰਸਾਰ ਦੀਆਂ ਇੰਨੀਆਂ ਭਾਸ਼ਾਵਾਂ, ਸੰਸਾਰ ਦਾ ਇੰਨਾ ਗਿਆਨ, ਹੁਣ ਬੱਚਾ ਕਿੰਨਾ ਪੜ੍ਹ ਲਿਖ ਕੇ ਕਿੰਨਾ ਕੁਛ ਉਹ ਸਿੱਖ ਲੈਂਦਾ, ਕਿੰਨਾ ਉਹ ਗਿਆਨ ਗ੍ਰਹਿਣ ਕਰ ਲੈਂਦਾ ਆਪਦੇ ਅੰਦਰ। ਹੁਣ ਜੇ ਉਹ ਸੰਸਾਰ ਦੀਆਂ ਇੰਨੀਆਂ ਔਖੀਆਂ ਭਾਸ਼ਾਵਾਂ ਉਹ ਸਿੱਖ ਸਕਦਾ ਅਤੇ ਫਿਰ ਇਹ ਅਸੀਂ ਕਿਉਂ ਨਹੀਂ ਸਿੱਖ ਸਕਦੇ? ਜੋ ਸਾਨੂੰ ਗੁਰਬਾਣੀ ਗੁਰੂ ਸਾਡੀ ਭਾਸ਼ਾ ਦੇ ਵਿੱਚ, ਗੁਰਮੁਖੀ ਵਿੱਚ ਸਾਨੂੰ ਸਮਝਾ ਰਹੇ, ਸੌਖਾ ਸਮਝਾ ਰਹੇ, ਸਰਲ। ਔਰ ਅਸੀਂ ਕਹਿੰਦੇ ਸਾਨੂੰ ਸਮਝ ਨਹੀਂ ਲੱਗਦੀ। ਕਿਉਂ ਨਹੀਂ ਸਮਝ ਲੱਗਦੀ? ਕਿਉਂਕਿ ਅਸੀਂ ਇਹਨੂੰ ਜ਼ਰੂਰੀ ਨਹੀਂ ਸਮਝਦੇ। ਅਸੀਂ ਕਹਿੰਦੇ ਹਾਂ ਵੀ ਕੋਈ ਗੱਲ ਨਹੀਂ, ਵੀ ਸਿੱਖ ਲਾਂਗੇ, ਵੀ ਇਹ ਕਿਹੜਾ ਕੋਈ ਸਾਡੇ ਜ਼ਰੂਰੀ ਹੈ। ਜੇ ਹੁਣ ਅਸੀਂ ਸੰਸਾਰ ਦਾ ਜ਼ਰੂਰੀ ਸਮਝਦੇ ਵੀ ਜੇ ਅਸੀਂ ਨਹੀਂ ਸੰਸਾਰ ਦੀ ਪੜ੍ਹਾਈ ਕਰਾਂਗੇ, ਨਹੀਂ ਸਿੱਖਿਆ ਲਵਾਂਗੇ, ਅਤੇ ਅਸੀਂ ਸੰਸਾਰ 'ਚ ਕਾਮਯਾਬ ਨਹੀਂ ਹੋ ਸਕਦੇ। ਔਰ ਇਸੇ ਤਰ੍ਹਾਂ ਹੀ ਜੇ ਅਸੀਂ ਇਹ ਜ਼ਰੂਰੀ ਸਮਝਾਂਗੇ ਵੀ ਜੋ ਸਾਨੂੰ ਗੁਰਬਾਣੀ ਗੁਰੂ ਸਮਝਾ ਰਹੇ, ਜੋ ਸਾਨੂੰ ਉਪਦੇਸ਼ ਦੇ ਰਹੇ, ਜੋ ਸਾਨੂੰ ਗਿਆਨ ਦੇ ਰਹੇ, ਸਾਡਾ ਮਨ ਆਪਦੇ ਜੀਵਨ ਦੇ ਵਿੱਚ, ਆਪਦੇ ਮਕਸਦ ਦੇ ਵਿੱਚ ਤਾਂ ਕਾਮਯਾਬ ਹੋਏਗਾ ਜੇ ਇਹ ਗਿਆਨ ਲਏਗਾ। ਜੇ ਸੋਝੀ ਲਏਗਾ ਤਾਂ ਫਿਰ ਹੀ ਇਹ ਸੁਖੀ ਰਹਿ ਸਕਦਾ, ਫਿਰ ਹੀ ਇਹ ਜੀਵਨ ਦੇ ਮਨੋਰਥ ਨੂੰ ਪੂਰਾ ਕਰ ਸਕਦਾ।
जे ज्ञान नहीं लएगा, नहीं सोझी लएगा तो ये आपदे जीवन च कामयाब नहीं हो सकता। जिमें अगे कहते होंदे सी भी पढ़ ला, नहीं तो तैनूं डंगरां वांगू रहेंगा, पशुआं वांगू रहेंगा या पशु चारेंगा। और इस तरह ही जिहड़े जीव ब्रह्म की विद्या नहीं लेंदे, वो देखण नूं तां भावें मानस ने पर है वो पशु ने। गुरबाणी गुरु विच उन्होंने पशुआं दे न्याई आखे। महाराज कहते भी देखण नूं चाहे मानस ने पर सत संगत तो बिना, ज्ञान तो बिना, सोझी तो बिना है ये पशु ने। पशुआं वांगू भारी ढोई जाते सारी उम्र। मारे ताइयों फरमाउंदे बिन संगती सब ऐसे रहे जैसे पश ढोर, जैन कीती तिसे न जाननी बैना में सब चोर। भी नाले पशु भी ने तो नाले चोर भी ने। जिहड़ा चोर है अपराधी है, उन्होंने सज़ा मिलनी। और इस वास्ते फिर आपां सच्चे पातशाह समझाउंदे भी जे असी जरूरी समझी भी साडे भले वास्ते जो सानू कह रहे, साडे जीवन नूं सचज्जा बनाउण वास्ते, साडे जीवन दी सानू जुगत सिखाउण वास्ते भी, ताकि सानू जिउण दा ढंग आ जे, सानू तरीका आ जे, तां करके सानू सोझी दिंदे ते साडे वास्ते सोझी लेनी बहुत जरूरी। फिर जे असी जरूरी समझांगे तो फिर असी समझण दा भी यतन करांगे, फिर असी सिख भी जावांगे, सानू भेत भी आ जाएगा, सानू सोझी भी आ जाए। जे हुण जीव समझना नहीं चाहुंदा क्योंकि वो सुणन की अवस्था दे विच ही, तो सुणन की अवस्था च तां नहीं क्योंकि वो सिमरन नहीं करता। जे सिमरन करू फिर सुणन की अवस्था च आऊ, तो फिर जदों सुणन की अवस्था च आऊ फिर उन्होंने समझ लग। इस वास्ते हुण आपां सच्चे पातशाह समझाउंदे भी मन नूं इस अवस्था दे विच लिआउण वास्ते सुणन की अवस्था दे विच ये अभ्यास करो, सिमरन करो। आओ हुण जो सानू सतगुरु बार बार कह रहे अभ्यास करन, आओ सारे गुरमुख प्यारे करो जी शुरू। वाहे गुरु 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 वाहे गुरु
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ, ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ ਹੁੰਦਾ, ਬਹਿੰਦੇ ਉੱਠਦੇ ਚੱਲਦੇ ਫਿਰਦੇ ਕੰਮ ਕਾਰ ਕਰਦੇ। ਅੱਗੇ ਆਪਣਾ ਜਿਹੜਾ ਮਨ ਹੈ ਸੁਣਨ ਦੀ ਅਵਸਥਾ 'ਚ ਵੀ ਜੋ ਸਾਨੂੰ ਸਤਿਗੁਰੂ ਸਮਝਾ ਰਹੇ, ਜੋ ਸਾਨੂੰ ਗਿਆਨ, ਜੋ ਸਾਨੂੰ ਉਪਦੇਸ਼ ਦੇ ਰਹੇ, ਸਾਡਾ ਮਨ ਇਹ ਸਮਝਣ ਵਾਸਤੇ ਤਿਆਰ ਹੋ ਜੀ। ਅਤੇ ਉਹਦੇ ਵਾਸਤੇ ਫਿਰ ਇਹ ਅਭਿਆਸ, ਇਸ ਵਾਸਤੇ ਫਿਰ ਮਨ ਨੂੰ ਸਮਝਾਉਂਦੇ ਵੀ ਉਹਨੂੰ ਨਾ ਵਿਸਾਰ ਜਿਹਨੇ ਤੈਨੂੰ ਪੈਦਾ ਕੀਤਾ, ਜਿਹੜਾ ਤੈਨੂੰ ਪ੍ਰਾਣ ਦੇ ਕੇ ਜਿਉਂਦਾ ਰੱਖ, ਜਿਹੜਾ ਹਰ ਥਾਂ 'ਤੇ ਮੌਜੂਦ ਹੈ ਅਤੇ ਸਭਨਾਂ ਦੇ ਵਿੱਚ ਸਮਾਇਆ ਹੋਇਆ। ਮਹਾਰਾਜ ਤਾਈਓਂ ਫਰਮਾਉਂਦੇ, ਸੋ ਕਿਉਂ ਵਿਸਰੇ, ਵੀ ਉਹ ਮਾਲਕ ਸਾਨੂੰ ਕਿਉਂ ਵਿਸਰੇ, ਕਿਉਂ ਸਾਨੂੰ ਭੁੱਲੇ, ਵੀ ਜਿਹੜਾ ਸਾਨੂੰ ਪ੍ਰਾਣ ਦੇ ਰਿਹਾ। ਸੋ ਕਿਉਂ ਵਿਸਰੇ ਜਾ ਕੇ ਜੀ ਪ੍ਰਾਨਾ, ਸੋ ਕਿਉਂ ਵਿਸਰੇ ਸਭ ਮਾਹੀ ਸਮਾਨਾ, ਵੀ ਸਾਰਿਆਂ 'ਚ ਜਿਹੜਾ ਸਮਾਇਆ ਹੋਇਆ। ਸੋ ਇਸ ਵਾਸਤੇ ਆਪਾਂ ਹੁਣ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਦਿੱਤਾ ਆਪਾਂ ਨੂੰ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਜੋ ਸਾਨੂੰ ਗੁਰਬਾਣੀ ਗੁਰੂ ਦੁਆਰਾ ਸਤਿਗੁਰੂ ਭੇਜ ਦੇ ਰਹੇ, ਆਪਾਂ ਨੂੰ ਬੜਾ ਸੌਖਾ ਕਰਕੇ ਗੁਰਮੁਖਾਂ ਨੇ ਭੇਜ ਦਿੱਤਾ ਹੈ। ਸੋ ਇਸ ਭੇਦ ਨੂੰ ਲੈ ਕੇ ਆਪਾਂ ਆਪਦੇ ਜੀਵਨ ਦਾ ਜਿਹੜਾ ਲਾਹਾ ਹੈ ਉਹ ਆਪਾਂ ਲਾਹਾ ਪ੍ਰਾਪਤ ਕਰ ਸਕਦੇ। ਸੋ ਇੰਨੀਆਂ ਹੀ ਬੇਨਤੀਆਂ ਨੇ। ਇਹ ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਵਾਹਿਗੁਰੂ,